गावै को जापै दिसै दूर, गावै को वेखै हादरा हदूर। पद अर्थ जापै ਜਾਪਦਾ ਹੈ, ਪ੍ਰਤੀਤ ਹੁੰਦਾ ਹੈ। ਹਾਦਰਾ ਹਦੂਰ ਹਾਜ਼ਰ ਨਾਜ਼ਰ ਸਭ ਥਾਈਂ ਹਾਜ਼ਰ। ਜਿਵੇਂ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਯੂਜ਼ ਕਰਦੇ ਹਾਂ ਹਾਦਰਾ ਹਦੂਰ ਜਾਹਰਾ ਜਹੂਰ। ਸੋ ਮਤਲਬ ਕਿ ਹਰ ਥਾਈਂ ਹਾਜ਼ਰ। ਅਰਥ ਕੋਈ ਮਨੁੱਖ ਆਖਦਾ ਹੈ ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿਸਦਾ ਹੈ, ਪਰ ਕੋਈ ਆਖਦਾ ਹੈ ਨਹੀਂ, ਨੇੜੇ ਹੈ, ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਥੇ ਸੰਗਤ ਜੀ ਭਾਈ ਸਾਹਿਬ ਜੀ ਵੀ ਹੁਣ ਅੱਗੇ ਸਮਝਾਣਗੇ ਕਿ ਕੋਟੀ ਕੋਟ ਕੋਟ। ਪਦ ਅਰਥ ਕਥਨਾ ਕਹਿਣਾ, ਬਿਆਨ ਕਰਨਾ, ਕਥਨਾ ਤੋਟ ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ, ਯਾਨੀ ਕਿ ਕੁਝ ਕਹਿਣ ਵਾਲਾ ਜਿੱਥੇ ਸਮਾਪਤ ਹੋ ਜਾਏ ਉਹਨੂੰ ਕਹਿੰਦੇ ਨੇ ਕਥਨਾ ਤੋਟ। ਕਥ ਜਿੱਥੇ ਥ ਅੱਖਰ ਨੂੰ ਛੋਟੇ ਈ ਦੀ ਮਾਤਰਾ ਹੈ ਆਖ ਕੇ, ਕਥ ਕਥ ਕਥੀ, ਕਥ ਕਥ ਦੋ ਵਾਰ ਆਇਆ ਹੈ, ਸੋ ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ। ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ। ਕੋਟ ਕਰੋੜ, ਕਰੋੜ ਜੀਵਾਂ ਨੇ। ਲਫ਼ਜ਼ ਇੱਥੇ ਭਾਈ ਸਾਹਿਬ ਜੀ ਨੇ ਕੋਟ ਦਾ ਜਿਹੜਾ ਹੈ ਅਰਥ ਸਮਝਾਇਆ ਹੈ ਕਰੋੜ ਵਿਸ਼ਲੇਸ਼ਣ ਕਰਕੇ, ਤੇ ਇੱਕ ਜਗ੍ਹਾ ਤੇ ਇੱਕ ਵਚਨ, ਦੂਜੀ ਜਗ੍ਹਾ ਤੇ ਦੋ ਵਚਨ, ਬਹੁਵਚਨ ਕਰਕੇ ਸਮਝਾਇਆ ਗਿਆ ਹੈ। ਅਰਥ ਕਰਦੇ ਨੇ ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ, ਕਰੋੜ ਦਾ ਕਰੋੜ ਜੀਵ ਤੇ ਕਰੋੜ ਹੀ ਬੇਅੰਤ, ਮਤਲਬ ਉਹਦੀ ਕੋਈ ਗਿਣਤੀ ਨਹੀਂ ਹੈ। ਕਰੋੜਾਂ ਹੀ, ਇੱਥੇ ਕਰੋੜ ਸੰਗਤ ਜੀ ਕਰੋੜ ਵੀ ਇੱਕ ਸਿਰਫ ਸੂਚਕ ਹੈ, ਇਹ ਵੀ ਅਸੀਂ ਇਸ ਨੂੰ ਵੀ ਗਿਣਤੀ ਦੇ ਵਿੱਚ ਨਹੀਂ ਲੈ ਸਕਦੇ। ਸੋ ਭਾਈ ਸਾਹਿਬ ਜੀ ਸਮਝਾ ਰਹੇ ਨੇ ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕਦੀ। ਭਾਵ ਵਰਣਨ ਕਰ ਕਰਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਪਦ ਅਰਥ ਦੇਦਾ ਦੇਣ ਵਾਲਾ, ਦਾਤਾਰ ਰੱਬ, ਦੇ ਦੇਂਦਾ ਹੈ, ਦੇ ਰਿਹਾ ਹੈ, ਲੈਂਦੇ ਲੈਣ ਵਾਲੇ ਜੀਵ, ਥੱਕ ਪਾਏ ਥੱਕ ਪੈਂਦੇ ਹਨ, ਜੁਗਾ ਜੁਗੰਤਰ ਜੁਗ ਜੁਗ ਅੰਤਰ ਸਾਰੇ ਜੁਗਾਂ ਵਿੱਚ ਹੀ, ਸਦਾ ਤੋਂ ਹੀ, ਖਾਹੀ ਖਾਹੇ ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ। ਅਰਥ ਦਾਤਾਰ ਅਕਾਲ ਪੁਰਖ ਸਭ ਜੀਆਂ ਨੂੰ ਰਿਜ਼ਕ ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। ਸਭ ਜੀਵ ਸਦਾ ਤੋਂ ਹੀ ਰੱਬ ਦੇ ਦਿੱਤੇ ਪਦਾਰਥ ਖਾਂਦੇ ਚੱਲੇ ਆ ਰਹੇ ਹਨ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਭਾਵ। ਇੱਥੇ ਅਰਥ ਭਾਈ ਸਾਹਿਬ ਜੀ ਕਰਦੇ ਨੇ ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾ ਰਿਹਾ ਹੈ। ਹੇ ਨਾਨਕ, ਉਹ ਨਿਰੰਕਾਰ ਸਦਾ ਬੇਪਰਵਾਹ ਹੈ ਤੇ ਪ੍ਰਸੰਨ ਹੈ। ਭਾਵ ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਐਡੀ ਵੱਡੀ ਕਾਰ ਨਾਲ ਉਸਨੂੰ ਕੋਈ ਘਬਰਾਹਟ ਨਹੀਂ ਹੈ। ਉਹ ਸਦਾ ਖਿੜਿਆ ਹੋਇਆ ਹੈ, ਉਸਨੂੰ ਐਡੇ ਵੱਡੇ ਪਸਾਰੇ ਵਿੱਚ ਖਚਿਤ ਨਹੀਂ ਹੋਣਾ ਪੈਂਦਾ। ਉਸ ਦੀ ਇੱਕ ਹੁਕਮ ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਭਾ ਰਹੀ ਹੈ। ਭਾਵ ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ ਰੂਪ ਤਾਕਤ ਦਾ ਅੰਦਾਜ਼ਾ ਲਾਉਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ। ਵਾਹਿਗੁਰੂ। ਇਹਦੇ ਵਿੱਚ ਸਾਚ ਨਾਏ ਭਾਈ ਸਾਹਿਬ ਨੇ ਥੋੜਾ ਵਿਸ਼ੇਸ਼ ਕਰਕੇ ਖੋਲ ਕੇ ਸਮਝਾਇਆ ਹੈ, ਤੇ ਸੰਗਤ ਜੀ ਬੇਨਤੀ ਹੈ ਕਿ ਆਪ ਜੀ ਪਦ ਅਰਥ ਹੋਰ ਜਿਹੜੇ ਵਿਆਕਰਣ ਦੇ ਹਿਸਾਬ ਦੇ ਨਾਲ ਜਿਹੜੇ ਵੀ ਇੱਥੇ ਬਹੁਤ ਖੋਲ ਕੇ ਭਾਈ ਸਾਹਿਬ ਨੇ ਸਮਝਾਏ ਨੇ, ਇਹਨਾਂ ਨੂੰ ਆਪ ਹੀ ਪੜ੍ਹਨ ਦਾ ਯਤਨ ਕਰਨਾ, ਕਿਉਂਕਿ ਬੋਲਿਆਂ ਇਹ ਚੀਜ਼ ਸਮਝ ਨਹੀਂ ਪੈਣੀ।
ਇਹ ਲਿਖਣ ਕਰਕੇ ਹੀ ਸਮਝ ਦੇ ਵਿੱਚ ਪਏਗੀ, ਕਿਉਂਕਿ ਭਾਈ ਸਾਹਿਬ ਜੀ ਨੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਮਾਤਰਾ, ਜਿੱਦਾਂ ਉਹਦਾ ਕਰਤਾ ਹੈ, ਜਿਹੜਾ ਉਹਦਾ ਕਾਰਕ ਹੈ, ਗ੍ਰਾਮੈਟਿਕਲੀ ਵੀ ਬਹੁਤ ਕੁਝ ਸਮਝਾਇਆ ਹੈ, ਜੋ ਕਿ ਦਾਸ ਵੀ ਅਸਮਰਥ ਹੈ ਸਮਝਣ ਦੇ ਵਿੱਚ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਹ ਜਿੱਥੇ-ਜਿੱਥੇ ਭਾਈ ਸਾਹਿਬ ਨੇ ਗ੍ਰਾਮੈਟਿਕਲੀ ਮਾਤਰਾਵਾਂ ਦੇ ਹਿਸਾਬ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਸੋ ਆਪ ਜੀ ਇਸ ਨੂੰ ਜ਼ਰੂਰ ਦੁਬਾਰਾ ਪੜ੍ਹਨਾ, ਤਾਂ ਕਰਕੇ ਸਾਨੂੰ ਜਿਹੜਾ ਸਹੀ ਅਰਥ ਹੈ ਉਹ ਸਮਝ ਆਏ। ਆਪਾਂ ਹੁਣ ਸਿੱਧਾ ਇਹਨਾਂ ਦੇ ਅਰਥ ਕਰਾਂਗੇ ਜੀ। ਅਕਾਲ ਪੁਰਖ ਸਦਾ ਸਥਿਰ ਰਹਿਣ ਵਾਲਾ ਹੀ ਹੈ, ਉਸਦਾ ਨਿਯਮ ਵੀ ਸਦਾ ਅਟਲ ਹੈ, ਉਸਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ ਕਿ ਹੇ ਦਾਤਾਰ ਸਾਨੂੰ ਦਾਤਾਂ ਦੇ, ਉਹ ਦਾਤਾਰ ਬਖਸ਼ਿਸ਼ਾਂ ਕਰਦਾ ਹੈ। ਨੋਟ: ਉਸਦੀ ਬੋਲੀ ਪ੍ਰੇਮ ਹੈ, ਪ੍ਰੇਮ ਹੀ ਵਸੀਲਾ ਹੈ ਜਿਸ ਦੇ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ। ਭਾਖਿਆ ਭਾਉ ਪਾਰ ਦੀ ਗੱਲ ਸਮਝਾ ਰਹੇ ਨੇ ਭਾਈ ਸਾਹਿਬ ਕਿ ਉਸਦੀ ਬੋਲੀ ਪ੍ਰੇਮ ਹੈ, ਪ੍ਰੇਮ ਹੀ ਵਸੀਲਾ ਹੈ ਜਿਸ ਦੇ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀਂ ਉਸ ਨਾਲ ਕਰ ਸਕਦੇ ਹਾਂ। ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅਰਥ: ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ, ਤਾਂ ਫਿਰ ਅਸੀਂ ਕਿਹੜੀ ਭੇਟਾਂ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿਸ ਪਏ। ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ, ਭਾਵ ਕਿਹੋ ਜਿਹੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਉਹ ਹਰੀ, ਉਹ ਪਰਮਾਤਮਾ, ਉਹ ਅਕਾਲ ਪੁਰਖ ਸਾਨੂੰ ਪਿਆਰ ਕਰੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਲਫ਼ਜ਼ ਏਵੈ ਪ੍ਰਗਟ ਕਰਦਾ ਹੈ ਕਿ ਇਸ ਪੌੜੀ ਦੀ ਤੀਜੀ ਅਤੇ ਚੌਥੀ ਤੁਕ ਵਿੱਚ ਕੀਤੇ ਪ੍ਰਸ਼ਨ ਦਾ ਉੱਤਰ ਅਖੀਰਲੀਆਂ 3 ਤੁਕਾਂ ਹੈ। ਜੇ ਅੰਮ੍ਰਿਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫਤ ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿਸ ਪੈਂਦਾ ਹੈ। ਅਰਥ: ਪੂਰਨ ਖਿੜਾਓ ਦਾ ਸਮਾਂ ਹੋਵੇ, ਭਾਵ ਪ੍ਰਭਾਤ ਵੇਲਾ ਹੋਵੇ, ਜਿਸ ਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਪੂਰਨ ਖਿੜਾਓ ਦਾ ਸਮਾਂ ਹੋਵੇ, ਭਾਵ ਪ੍ਰਭਾਤ ਵੇਲਾ ਹੋਵੇ, ਨਾਮ ਸਿਮਰੀਏ ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਸਿਫਤ ਰੂਪ ਪਟੋਲਾ ਮਿਲਦਾ ਹੈ, ਉਸ ਦੀ ਕਿਰਪਾ ਦ੍ਰਿਸ਼ਟੀ ਨਾਲ ਕੂੜ ਦੀ ਪਾਲ ਤੋਂ ਖਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ, ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ, ਸਭ ਥਾਈਂ ਭਰਪੂਰ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਅਰਥ: ਉਹ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਕਿਉਂਕਿ ਉਹ ਨਿਰੋਲ ਆਪ ਹੀ ਆਪ ਹੈ। ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਅਰਥ: ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ, ਆਓ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਹਰੀ ਦੀ ਸਿਫਤ ਸਲਾਹ ਕਰੀਏ। ਵਾਹਿਗੁਰੂ 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 ਵਾਹਿਗੁਰੂ। ਗਾਵੀਐ, ਸੁਣੀਐ, ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਅਰਥ: ਆਓ ਅਕਾਲ ਪੁਰਖ ਦੇ ਗੁਣ ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਇੱਥੇ ਗੁਰਮੁਖ ਦੇ ਅਰਥ ਜਿਹੜੇ ਹਨ ਉਹ ਗੁਰੂ ਵੱਲ ਮੂੰਹ ਕੀਤਿਆਂ। ਜਿਸ ਮਨੁੱਖ ਦਾ ਮੂੰਹ ਗੁਰੂ ਵੱਲ ਹੈ, ਗੁਰੂ ਦੀ ਰਾਹੀਂ ਹੈ। ਅਰਥ: ਪਰ ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਹੀਂ ਹੀ ਇਹ ਪ੍ਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ।
ਗੁਰੂ ਹੀ ਸਾਡੇ ਲਈ ਗੋਰਖ ਤੇ ਬ੍ਰਹਮਾ ਹੈ, ਤੇ ਗੁਰੂ ਹੀ ਸਾਡੇ ਲਈ ਮਾਈ ਪਾਰਵਤੀ ਹੈ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਰਥ, ਉਂਝ ਇਸ ਅਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ ਤਾਂ ਵੀ ਉਸ ਦਾ ਵਰਣਨ ਨਹੀਂ ਕਰ ਸਕਦਾ। ਅਕਾਲ ਪੁਰਖ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ। ਮੇਰੀ ਤਾਂ ਹੇ ਸਤਿਗੁਰੂ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦੇ ਕਿ ਜਿਹੜਾ ਸਭਨਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ, ਮੈਂ ਉਸ ਨੂੰ ਭੁਲਾ ਨਾ ਦਿਆਂ। ਸੰਗਤ ਜੀ, ਅੱਜ ਸਮਾਂ ਥੋੜ੍ਹਾ ਜਿਹਾ ਜ਼ਿਆਦਾ ਲੱਗ ਰਿਹਾ ਹੈ। ਅੱਜ ਅਸੀਂ ਘੱਟੋ ਘੱਟ ਕੋਸ਼ਿਸ਼ ਕਰੀਏ ਕਿ 2 ਅੰਗ ਕੰਪਲੀਟ ਕਰ ਲਈਏ। ਸੋ ਮੈਨੂੰ ਮਾਫ ਕਰਨਾ ਜੀ, ਸ਼ਾਇਦ ਮੈਂ ਸਮਾਂ ਜ਼ਿਆਦਾ ਲੈ ਲਿਆ। ਅਸੀਂ ਇਹ 2 ਅੰਗ ਕੰਪਲੀਟ ਕਰਕੇ ਸਮਾਪਤੀ ਕਰਦੇ ਹਾਂ ਜੀ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਨ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ, ਮਿਣ ਕਰਮਾ ਕੈ ਮਿਲੇ ਲਈ। ਅਰਥ, ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰਕੇ ਕੀ ਖੱਟਾਂਗਾ। ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਵੀ ਦੁਨੀਆ ਮੈਂ ਵੇਖਦਾ ਹਾਂ, ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਛ ਨਹੀਂ ਮਿਲਦਾ, ਕੋਈ ਕੁਛ ਨਹੀਂ ਲੈ ਸਕਦਾ। ਸੰਗਤ ਜੀ, ਜੇ ਆਪ ਜੀ ਇਜਾਜ਼ਤ ਦਿਓ ਤੇ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਕੱਲ ਇੱਥੋਂ ਹੀ ਫਿਰ ਦੁਬਾਰਾ ਸ਼ੁਰੂ ਕਰਾਂਗੇ, ਕਿਉਂਕਿ ਸਮਾਂ ਜਿਹੜਾ ਅਸੀਂ ਮਿੱਥਿਆ ਸੀਗਾ ਉਸ ਤੋਂ ਜ਼ਿਆਦਾ ਹੈ। ਇੰਡੀਆ ਤੋਂ ਜਿਹੜੀ ਸੰਗਤ ਜੁੜੀ ਹੈ ਉਹਨਾਂ ਲਈ ਕਾਫੀ ਦੇਰ ਹੋ ਜਾਏਗੀ, ਨਹੀਂ ਤੇ ਕਿਉਂਕਿ ਹਜੇ ਵੀ ਇਸ ਦੂਸਰੇ ਅੰਗ ਦੇ ਜਿਹੜੇ ਅਰਥ ਹਨ ਉਹ ਕਾਫੀ ਰਹਿੰਦੇ ਹਨ, ਤੇ ਮੈਂ ਆਪ ਜੀ ਦੇ ਹੁਕਮਾਂ ਦੀ ਉਡੀਕ ਕਰ ਰਿਹਾ। ਜੇ ਆਪ ਜੀ ਹੁਕਮ ਕਰੋਗੇ ਕਿ ਪੂਰਾ ਕਰਨਾ ਹੈ ਅੰਗ ਦੂਜਾ ਤੇ ਪੂਰਾ ਕਰ ਲਾਂਗੇ, ਆਪ ਜੀ ਹੁਕਮ ਕਰੋਗੇ ਕਿ ਇੱਥੇ ਸਮਾਪਤੀ ਕਰਨੀ ਹੈ ਤੇ ਅਸੀਂ ਸਮਾਪਤੀ ਕਰ ਲੈਂਦੇ ਹਾਂ ਜੀ। ਵਾਹਿਗੁਰੂ। ਇਹ ਅੰਗ ਪੂਰਾ ਕਰ ਲੋਗੇ ਤਾਂ ਚੰਗਾ ਰਹੇਗਾ। ਹੁਣ ਅਸੀਂ ਅਰਥ ਹੀ ਪੜ੍ਹ ਲੈਂਦੇ ਹਾਂ। ਹਾਂਜੀ, ਤੇ ਅਸੀਂ ਪਦ ਅਰਥ ਸਕਿਪ ਕਰਕੇ ਤੇ ਡਾਇਰੈਕਟ ਫਿਰ ਅਰਥ ਹੀ ਰੀਡ ਕਰਦੇ ਹਾਂ ਜੀ। ਸੋ ਜੇ ਇੰਡੀਆ ਦੇ ਵਿੱਚੋਂ ਸੰਗਤ ਮੈਨੂੰ ਜੇ ਉਹਨਾਂ ਨੂੰ ਦੇਰੀ ਨਹੀਂ ਹੋ ਰਹੀ ਤਾਂ ਆਪ ਜੀ ਬਖਸ਼ਿਸ਼ ਕਰਨਾ ਜੀ, ਅਸੀਂ ਇਹ ਅੰਗ ਇੱਥੇ ਸਮਾਪਤੀ ਕਰ ਲੈਂਦੇ ਹਾਂ ਜੀ, ਜੇ ਆਪ ਜੀ ਹੁਕਮ ਕਰੋ ਤੇ ਸਾਰੇ। ਇਹ ਭੈਣ ਜੀ ਮੇਰੇ ਖਿਆਲ 'ਚ ਇੰਡੀਆ ਤੋਂ ਹੀ ਬੋਲ ਰਹੇ ਸਨ, ਵੰਦਨਾ ਭੈਣ ਜੀ। ਤੁਸੀਂ ਇੰਡੀਆ ਤੋਂ ਬੋਲ ਰਹੇ ਹੋ? ਹਾਂਜੀ, ਮੈਂ ਇੰਡੀਆ ਤੋਂ ਵਾਹਿਗੁਰੂ ਹੀ ਜੀ ਬੋਲ ਰਹੀ ਹਾਂ। ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਪੂਰਾ ਕਰ ਲੈਣ ਤੇ ਚੰਗਾ ਹੈ ਜੀ, 2 ਅੰਗ ਹੋ ਜਾਣਗੇ। ਸਤਿਵਚਨ ਜੀ, ਜੋ ਹੁਕਮ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅਰਥ, ਜੇ ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ ਜਵਾਹਰ ਤੇ ਮੋਤੀ ਉਪਜ ਪੈਂਦੇ ਹਨ, ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤਾਂ ਤੇ ਹੇ ਸਤਿਗੁਰੂ, ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ ਮੈਨੂੰ ਇੱਕ ਇਹ ਸਮਝ ਦੇ ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ। ਸੋ ਸਾਰੇ ਜੀਵਾਂ ਨੂੰ ਜੋ ਦਾਤਾਂ ਦੇਣ ਵਾਲਾ ਹੈ, ਐਸਾ ਅਕਾਲ ਪੁਰਖ ਮੈਨੂੰ ਕਦੇ ਨਾ ਵਿਸਰੇ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਅਰਥ, ਜੇ ਕਿਸੇ ਮਨੁੱਖ ਦੀ ਉਮਰ 4 ਜੁਗਾਂ ਜਿਤਨੀ ਹੋ ਜਾਏ, ਨਿਰੀ ਇਤਨੀ ਹੀ ਨਹੀਂ ਸਗੋਂ ਜੇ ਇਸ ਤੋਂ ਵੀ 10 ਗੁਣੀ ਹੋਰ ਉਮਰ ਹੋ ਜਾਏ, ਜੇ ਉਹ ਸਾਰੇ ਸੰਸਾਰ ਵਿੱਚ ਵੀ ਪ੍ਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ। ਅੱਗੇ ਲਿਖਦੇ ਨੇ, ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਅਰਥ, ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿੱਚ ਸ਼ੋਭਾ ਦੀ ਪ੍ਰਾਪਤੀ ਕਰ ਲਵੇ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿੱਚ ਵੀ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖਬਰ ਵੀ ਨਹੀਂ ਪੁੱਛਦਾ, ਭਾਵ ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਵੀ ਅਸਲ ਵਿੱਚ ਨਿਆਸਰਾ ਹੀ ਹੈ। ਸਗੋਂ ਅਜਿਹਾ ਮਨੁੱਖ ਅਕਾਲ ਪੁਰਖ
ਮਨੁੱਖ ਦੇ ਸਾਹਮਣੇ ਇੱਕ ਮਾਮੂਲੀ ਜਿਹਾ ਕੀੜਾ ਹੈ, ਖਸਮੈ ਨਦਰੀ ਕੀੜਾ ਆਵੇ। ਇਹਦੇ ਵਿੱਚ ਇੱਕ ਭਾਈ ਸਾਹਿਬ ਨੇ ਗੁਰਬਾਣੀ ਦੀ ਤੁਕ ਦੇ ਕੇ ਐਗਜ਼ਾਮਪਲ ਦਿੱਤੀ ਹੈ। ਅਕਾਲ ਪੁਰਖ ਉਸ ਨੂੰ ਦੋਸ਼ੀ ਥਾਪ ਕੇ ਉਸ ਉੱਤੇ ਨਾਮ ਨੂੰ ਭੁੱਲਣ ਦਾ ਦੋਸ਼ ਲਾਉਂਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਅਰਥ, ਹੈ ਨਾਨਕ, ਉਹ ਅਕਾਲ ਪੁਰਖ ਗੁਣਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਤੇ ਗੁਣੀ ਮਨੁੱਖਾਂ ਨੂੰ ਵੀ ਗੁਣ ਉਹੀ ਬਖਸ਼ਦਾ ਹੈ। ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ। ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਅਰਥ, ਹੈ ਨਾਨਕ, ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ, ਕਿਉਂਕਿ ਉਸ ਦੀ ਸਿਫਤ ਸਲਾਹ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿੱਚ ਟਿਕਣ ਦੀ ਹੀ ਬਰਕਤ ਹੈ ਕਿ ਸਾਧਾਰਨ ਮਨੁੱਖ ਸਿੱਧਾਂ, ਪੀਰਾਂ, ਦੇਵਤਿਆਂ ਦੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਉਹ ਪ੍ਰਭੂ ਹੈ ਜੋ ਸਾਰੇ ਦੀਪਾਂ ਲੋਕਾਂ ਪਾਤਾਲਾਂ ਵਿੱਚ ਵਿਆਪਕ ਹੈ। ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਅਰਥ, ਹੈ ਨਾਨਕ, ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ, ਕਿਉਂਕਿ ਰੱਬ ਦੀ ਸਿਫਤ ਸਲਾਹ ਸੁਣਨ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ਤੇ ਅਪੜ ਜਾਂਦਾ ਹੈ। ਮੰਦਾ ਮਨੁੱਖ ਵੀ ਮੂੰਹੋਂ ਰੱਬ ਦੀਆਂ ਸਿਫਤਾਂ ਕਰਨ ਲੱਗ ਪੈਂਦਾ ਹੈ। ਸਾਧਾਰਨ ਬੁੱਧ ਵਾਲੇ ਨੂੰ ਵੀ ਸਰੀਰ ਵਿੱਚ ਦੀਆਂ ਗੁੱਝੀਆਂ ਗੱਲਾਂ, ਭਾਵ ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ ਭੱਜ ਦੇ ਭੇਦ ਦਾ ਪਤਾ ਲੱਗ ਜਾਂਦਾ ਹੈ। ਪ੍ਰਭੂ ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ। ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ। ਭਾਵ ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛੱਡਦੇ ਹਾਂ। ਉਹ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ ਹੈ, ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਹੁਣ ਇੱਥੇ ਭਾਈ ਸਾਹਿਬ ਨੇ ਸਾਰੀ ਪੌੜੀ ਦਾ ਭਾਵ ਲਿਖਿਆ ਹੈ ਤੇ ਅਸੀਂ ਇਹ ਪੌੜੀ ਦਾ ਭਾਵ ਪੜ੍ਹ ਲੈਂਦੇ ਹਾਂ। ਜਿਉਂ-ਜਿਉਂ ਸੁਰਤ ਨਾਮ ਵਿੱਚ ਜੁੜਦੀ ਹੈ, ਜੋ ਮਨੁੱਖ ਪਹਿਲਾਂ ਵਿਕਾਰੀ ਸੀ ਉਹ ਵੀ ਵਿਕਾਰ ਛੱਡ ਕੇ ਸਿਫਤ ਸਲਾਹ ਕਰਨ ਵਾਲਾ ਸੁਭਾਅ ਪਕਾ ਲੈਂਦਾ ਹੈ। ਇਸ ਤਰ੍ਹਾਂ ਇਹ ਸਮਝ ਆਉਂਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ ਤੇ ਇਸ ਵਿੱਥ ਨੂੰ ਮਿਟਾਉਣ ਦਾ ਕਿਹੜਾ ਤਰੀਕਾ ਹੈ। ਨਾਮ ਵਿੱਚ ਸੁਰਤ ਜੋੜਿਆਂ ਹੀ ਧਰਮ ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿੱਚ ਖੁੱਲ੍ਹਦਾ ਹੈ। ਸੰਗਤ ਜੀ, ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ ਦੂਜੇ ਨਾਲ ਦਰਪਣ ਦੀ ਅਰਥ ਵਿਆਖਿਆ ਦੀ ਸਮਾਪਤੀ ਹੈ ਜੀ। ਬੇਅੰਤ ਭੁੱਲਾਂ ਚੁੱਕਾਂ ਦੀ ਸੰਗਤ ਆਪਣੇ ਚਰਨ ਦੀ ਧੂੜ ਸਮਝ ਕੇ, ਗੁਰੂ ਕਰਦਾ ਕੁੱਕਰ ਸਮਝ ਕੇ ਮੁਆਫ ਕਰਨੀ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਪਹਿਲਾ ਦਿਨ ਦੇਰੀ ਹੋਈ ਹੈ, ਸੋ ਸੰਗਤ ਕੋਲੋਂ ਮਾਫੀ ਮੰਗਦੇ ਹਾਂ ਜੀ। ਕੱਲ ਤੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿੰਨਾ ਟੀਚਾ ਰੱਖਿਆ ਹੈ, ਇੱਕ ਦਿਨ ਦੇ ਵਿੱਚ ਘੱਟੋ ਘੱਟ 3 ਜਾਂ 4 ਅੰਗ ਜਿਹੜੇ ਹਨ ਉਹ ਸੰਗਤ ਜ਼ਰੂਰ ਸਰਵਣ ਕਰੇ। ਸੋ ਇੰਨੀ ਕੁ ਸੇਵਾ ਸੰਗਤ ਪ੍ਰਵਾਨ ਕਰੇ।
ਫਤਿਹ ਦੀ ਸਾਂਝ ਕਰਕੇ ਚਰਨ ਧੂੜ ਦੀ ਅਸ਼ੀਸ਼ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਵਾਹਿਗੁਰੂ। ਸੰਗਤ ਜੀ, ਤੇ ਹੁਣ ਆਪ ਜੀ ਨੇ ਵਿਚਾਰਾਂ